ਐਮਰਜੈਂਸੀ ਸਰਵਿਸਿਜ਼ 'ਚ ਅਸੀਂ ਬਹੁਤ ਉਹਨੂੰ ਸੈਪਰੇਟ ਕਰ ਦਿੱਤਾ, ਜਿਹਦੇ ਨਾਲ ਸਾਡੀ ਫੰਕਸ਼ਨਿੰਗ ਬਹੁਤ ਅੱਛੀ ਹੋ ਗਈ। ਔਰ ਸਭ ਤੋਂ ਵੱਡੀ ਉਪਲਬਧੀ ਸੀ ਹਾਰਟ ਕਮਾਂਡ ਸੈਂਟਰ ਐਸਟੈਬਲਿਸ਼ ਕਰਨਾ। ਹਾਰਟ ਕਮਾਂਡ ਸੈਂਟਰ ਦੇ ਐਸਟੈਬਲਿਸ਼ ਹੋਣ ਦੇ ਨਾਲ ਜਿਹੜਾ ਵੀ ਮਰੀਜ਼ ਜਿਹੜਾ ਹਾਰਟ ਅਟੈਕ ਨਾਲ ਆਉਂਦਾ ਹੈ, ਉਹ ਸਿੱਧਾ ਅਸੀਂ ਉਹਨੂੰ ਉੱਥੇ ਲੈ ਜਾਂਦੇ ਸੀ। ਅਤੇ ਅੱਜ ਤੱਕ ਜਿਹੜੇ 3 ਮਹੀਨੇ ਹੋ ਗਏ ਹੁਣ ਸਾਨੂੰ ਆਲਮੋਸਟ ਉਹਨੂੰ ਐਸਟੈਬਲਿਸ਼ ਕੀਤੇ, 700 ਤੋਂ ਵੱਧ ਮਰੀਜ਼ਾਂ ਨੂੰ ਉੱਥੇ ਇਲਾਜ ਕਰ ਸਕੇ ਹਾਂ। 700 ਤੋਂ ਵੱਧ ਮਰੀਜ਼ਾਂ ਦੇ ਉਹਦੇ 'ਚ ਹੁੰਦਾ ਕਿ ਜਦੋਂ ਇੱਕ ਵਾਰੀ ਹਾਰਟ ਅਟੈਕ ਹੋ ਜਾਏ ਤਾਂ ਬੜਾ ਥੋੜ੍ਹਾ ਟਾਈਮ ਹੁੰਦਾ, 6 ਘੰਟੇ ਦਾ ਟਾਈਮ ਹੁੰਦਾ ਕਿ ਜਿਹਦੇ ਵਿੱਚ ਅਸੀਂ ਸਟੈਂਟ ਪਾ ਦਈਏ ਜਾਂ ਕੁਛ ਉਹਦੀ ਪ੍ਰੋਸੀਜਰ ਕਰ ਦਈਏ, ਜਿਹਦੇ ਨਾਲ ਉਹਦਾ ਹਾਰਟ ਬਚ ਜਾਂਦਾ ਹੈ। ਉਸ ਦੇ ਨਾਲ ਅਸੀਂ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 100 ਪੇਸ਼ੈਂਟ ਨੂੰ ਅਸੀਂ ਉਹਦੇ ਚੋਂ ਕੱਢਿਆ ਕਿ ਜਿਨ੍ਹਾਂ ਨੂੰ ਸਟੈਂਟ ਦੀ ਲੋੜ ਸੀ, ਅਸੀਂ ਉਹਨਾਂ ਨੂੰ ਸਟੈਂਟ ਦਿੱਤੇ। ਔਰ ਉਹ ਇੱਕ ਬਹੁਤ ਅੱਛਾ ਉਪਲਬਧੀ ਹੈ ਸਾਡੇ ਲਈ। ਦੂਸਰੀ ਸਰ ਦੇ, ਜਿਸ ਤਰ੍ਹਾਂ ਸਰ ਇੱਕ ਪੀਡੀਆਟ੍ਰੀਸ਼ੀਅਨ ਹੈ ਔਰ ਛੋਟੇ ਬੱਚਿਆਂ ਲਈ ਬਹੁਤ ਉਹਨਾਂ ਦਾ ਧਿਆਨ ਹੈ। ਔਰ ਜਿਸ ਤਰ੍ਹਾਂ ਸਫਦਰਜੰਗ ਤੋਂ ਸਰ ਨੇ 27 ਸਾਲ ਉੱਥੇ ਆਪਣੀ ਸੇਵਾਵਾਂ ਦਿੱਤੀਆਂ ਔਰ ਉੱਥੇ ਬੱਚਿਆਂ ਦੇ ICU ਬਣਾਏ, ਬੋਨ ਮੈਰੋ ਟ੍ਰਾਂਸਪਲਾਂਟ ਉੱਥੇ ਸ਼ੁਰੂ ਕੀਤੀਆਂ। ਅਸੀਂ ਵੀ ਉਸ ਕਦਮ ਵੱਲ ਵੱਧ ਰਹੇ ਹਾਂ। ਸਰ ਨੇ ਸਭ ਤੋਂ ਪਹਿਲੇ ਸਾਡੇ ਜਿਹੜੇ ਨਵਜਾਤ ਬੱਚੇ ਆ, ਜਿਹੜੇ ਜਨਮ ਲੈਂਦੇ ਆ, ਉਹਨਾਂ ਲਈ ਸਾਡੇ ਕੋਲ ਫੈਸਿਲਿਟੀ ਬਹੁਤ ਘੱਟ ਸੀਗੀ। ਉੱਥੇ ਸਾਡੇ ਕੋਲ 7 ਬੈੱਡ ਸੀਗੇ, ਜਿਹੜੇ ਅੱਜ ਆ ਕੇ 30 ਬੈੱਡ ਦੇ ਕਰੀਬ ਅਸੀਂ ICU ਐਸਟੈਬਲਿਸ਼ ਕਰ ਲਿਆ। ਹੁਣ ਕੋਈ ਵੀ ਬੱਚਾ, ਇੱਕ ਤਾਂ ਜਿਹੜਾ ਇੱਥੇ ਜਨਮ ਲੈਂਦਾ, ਏਮਸ ਜਨਮ ਲੈਂਦਾ, ਉਹਨੂੰ ਅਸੀਂ ਬਾਹਰ ਨਹੀਂ ਭੇਜਦੇ। ਔਰ ਦੂਸਰਾ, ਕੋਈ ਵੀ ਬੱਚਾ ਜਿਹੜਾ ਬਾਹਰੋਂ ਵੀ ਅੰਦਰ ਆਉਂਦਾ ਹੈ, ਅਸੀਂ ਉਹਨੂੰ ਅਸੈਪਟ ਕਰ ਰਹੇ ਹਾਂ ਔਰ ਉਹਨਾਂ ਦੀ ਦੇਖਭਾਲ ਕਰ ਰਹੇ ਹਾਂ। ਇੱਥੋਂ ਤੱਕ ਕਿ ਛੋਟੇ ਤੋਂ ਛੋਟਾ ਬੱਚਾ ਜਿਹੜਾ 500 ਗ੍ਰਾਮ ਦਾ ਹੈ, ਉਹਨਾਂ ਨੂੰ ਅਸੀਂ ਦੇਖਭਾਲ ਕਰਨ 'ਚ ਬਹੁਤ ਸਫਲਤਾ ਕੀਤੀ ਹੈ ਔਰ ਅੱਛਾ ਉਹਨਾਂ ਦੇ ਲਈ ਹੋ ਗਿਆ। ਤੀਸਰੀ ਹੋਰ ਜਿਹੜੀ ਉਪਲਬਧੀ ਹੈ, ਜਿਹੜੀ ਕਿ ਸਰ ਦਾ ਫੋਕਸ ਰਿਹਾ ਕਿ ਟ੍ਰਾਂਸਪਲਾਂਟ ਸਰਵਿਸਿਜ਼ ਬਾਰੇ। ਸਰ ਦੇ ਆਉਣ ਤੋਂ ਪਹਿਲਾਂ ਮੈਨੂੰ ਕਹਿਣ 'ਚ ਕੋਈ ਨਹੀਂ ਹੋਏਗਾ ਕਿ ਅਸੀਂ ਇੱਕ ਰੀਨਲ ਟ੍ਰਾਂਸਪਲਾਂਟ ਸ਼ੁਰੂ ਕੀਤਾ ਸੀ। ਅੱਜ ਅਸੀਂ 7 ਟ੍ਰਾਂਸਪਲਾਂਟ ਕਰ ਰਹੇ ਹਾਂ ਔਰ ਅਗਲੇ ਹਫ਼ਤੇ ਵੀ 2 ਰੀਨਲ ਟ੍ਰਾਂਸਪਲਾਂਟ ਕਰ ਰਹੇ ਹਾਂ, ਬੜੀ ਸਕਸੈਸਫੁਲੀ ਡਾਕਟਰ ਕੌੜਾ ਦੀ ਅਗਵਾਈ 'ਚ। ਉਸ ਤੋਂ ਬਾਅਦ ਕੋਰਨੀਅਲ ਟ੍ਰਾਂਸਪਲਾਂਟ ਸਰਵਿਸਿਜ਼, ਡਾਕਟਰ ਅਨੁਰਾਧਾ ਦੀ ਅਗਵਾਈ 'ਚ ਅਸੀਂ 78 ਕੋਰਨੀਅਲ ਟ੍ਰਾਂਸਪਲਾਂਟ ਕਰ ਚੁੱਕੇ ਹਾਂ ਔਰ ਸਾਡੇ ਕੋਲ ਹਜੇ ਵੀ 80 ਤੋਂ 100 ਪੇਸ਼ੈਂਟ ਦੀ ਵੇਟਿੰਗ ਲਿਸਟ ਹੈ। ਅਸੀਂ ਉਹਦੇ ਮਾਧਿਅਮ 'ਤੇ, ਤੁਹਾਡੇ ਮਾਧਿਅਮ 'ਤੇ ਇੱਕ ਹੋਰ ਅਪੀਲ ਕਰਨੀ ਚਾਹਾਂਗੇ ਕਿ ਵੱਧ ਤੋਂ ਵੱਧ ਆਪਣੇ ਅੰਗ ਦਾਨ ਦਿਓ, ਕਿਉਂਕਿ ਰੋਸ਼ਨੀ ਜਿਹੜੀ ਜਾਂਦੀ ਆ, ਉਹ ਤੁਹਾਨੂੰ ਅਸੀਂ ਅੱਖਾਂ ਬੰਦ ਕਰਕੇ ਬੈਠੀਏ ਤਾਂ ਅਸੀਂ ਅੰਧੇਰਾ ਹੀ ਅੰਧੇਰਾ ਹੈ। ਜਿਹਨੂੰ ਰੋਸ਼ਨੀ ਮਿਲ ਜਾਏ ਤਾਂ ਇੱਕ ਬਹੁਤ ਅੱਛਾ ਉਪਰਾਲਾ ਹੈ ਔਰ ਏਮਸ 'ਚ ਉਹ ਉਪਰਾਲਾ ਹੋ ਰਿਹਾ। ਔਰ ਡਾਕਟਰ ਰਤਨ ਗੁਪਤਾ ਦੇ ਨੇਤਰਤਵ 'ਚ ਅਸੀਂ ਇਹ ਵੀ ਕਰ ਰਹੇ ਹਾਂ ਕਿ ਅਸੀਂ ਵੱਧ ਤੋਂ ਵੱਧ ਆਊਟਰੀਚ ਪ੍ਰੋਗਰਾਮ ਕਰੀਏ ਕਿ ਜਿੱਥੋਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅੰਗਦਾਨ ਮਿਲਣ। ਹੋਰ ਜਿਹੜੀਆਂ ਉਪਲਬਧੀਆਂ ਹੈ ਕਿ ਸਾਡਾ ਇੱਕ ਅਸੀਂ ਸਾਡੇ ਕੋਲ ਇੱਕ ਬਹੁਤ ਹੀ ਸੋਫਿਸਟੀਕੇਟਿਡ ਰੇਡੀਏਸ਼ਨ ਓਨਕੋਲੋਜੀ 'ਚ ਲੀਨੀਅਰ ਸਕੈਨ ਆ ਗਿਆ ਕਿ ਜਿਹੜੇ ਕਿ ਕੈਂਸਰ ਦੇ ਪੇਸ਼ੈਂਟ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਕੋਲ ਪੈਟ ਸਕੈਨ ਦੀ ਮਸ਼ੀਨ ਵੀ ਆ ਗਈ, ਭਾਰਤ ਸਰਕਾਰ ਨੇ ਜਿਹੜੀ ਦਿਲਵਾਈ ਹੈ। ਉਹਦੇ 'ਚ ਸਾਨੂੰ ਹੁਣ ਪੇਸ਼ੈਂਟ ਨੂੰ ਬਾਹਰ ਇਨਵੈਸਟੀਗੇਸ਼ਨ ਕਰਨ ਲਈ ਨਹੀਂ ਭੇਜਿਆ ਜਾਂਦਾ। ਸਾਡੇ ਕਾਫੀ ਡਿਪਾਰਟਮੈਂਟ, ਜਿਸ ਤਰ੍ਹਾਂ ਸਰਜੀਕਲ ਓਨਕੋਲੋਜੀ, ਬਰਨਸ ਐਂਡ ਪਲਾਸਟਿਕ ਸਰਜਰੀ, ਅਸੀਂ ਅੱਗੇ ਇੱਕ ਸਟੈਪ ਲੈ ਰਹੇ ਹਾਂ। ਮਾਲਵਾ ਦੇ ਰੀਜਨ 'ਚ ਕੋਈ ਵੀ ਬਰਨ ਦਾ ਯੂਨਿਟ ਨਹੀਂ ਹੈ। ਸਾਡੇ ਕੋਲ ਐਡੀ ਵੱਡੀ ਰਿਫਾਈਨਰੀ ਹੈ, ਬਟ ਅਨਫੋਰਚੂਨੇਟਲੀ ਮਾਲਵਾ ਦੇ ਰੀਜਨ 'ਚ ਬਰਨਸ ਦੇ ਪੇਸ਼ੈਂਟ ਲਈ ਕੋਈ ਵੀ ਐਸੀ ਸੁਵਿਧਾ ਨਹੀਂ ਹੈ। ਅਸੀਂ ਆਉਣ ਵਾਲੇ ਮੇਬੀ 2 ਮਹੀਨਿਆਂ ਦੇ ਵਿੱਚ ਇੱਕ ਬਰਨਸ ਦਾ ICU ਵੀ ਐਸਟੈਬਲਿਸ਼ ਕਰਨ ਜਾ ਰਹੇ ਹਾਂ। ਇੱਕ ਹੋਰ ਜਿਹੜੀ ਬੜੀ ਉਪਲਬਧੀ ਹੈ, ਜਿਹੜੀ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ, ਉਹ ਹੈ ਚਾਈਲਡ ਡਿਵੈਲਪਮੈਂਟ ਸੈਂਟਰ। ਹਿੰਦੁਸਤਾਨ 'ਚ 1-2 ਹੀ ਚਾਈਲਡ ਡਿਵੈਲਪਮੈਂਟ ਸੈਂਟਰ ਹੈ, ਜਿਹੜੇ ਬੱਚੇ ਔਟਿਜ਼ਮ ਦੇ ਹੈ, ਜਿਨ੍ਹਾਂ ਦੇ ਬੱਚਿਆਂ ਦੇ ਕਈਆਂ ਦੇ ਥੋੜ੍ਹੀ ਜਿਹੀ ਮੰਦਬੁੱਧੀ ਜਿਹਨਾਂ ਨੂੰ ਕਹਿ ਸਕਦੇ ਹਾਂ, ਉੱਦਾਂ ਦੇ ਹੈ। ਉਹਨਾਂ ਲਈ ਸਰ ਦੇ ਪ੍ਰਯਤਨਾਂ ਨਾਲ ਮੈਸੂਰ ਤੋਂ, ਭਾਰਤ ਸਰਕਾਰ ਨੇ ਵੀ ਸਾਨੂੰ ਇਜਾਜ਼ਤ ਦੇ ਦਿੱਤੀ ਹੈ, ਮੈਸੂਰ ਤੋਂ ਇੱਕ ਟੀਮ ਆ ਰਹੀ ਹੈ ਜਿਹੜੀ ਕਿ ਇੱਥੇ ਅਸੀਂ ਚਾਈਲਡ ਡਿਵੈਲਪਮੈਂਟ ਸੈਂਟਰ ਅਸੀਂ ਐਸਟੈਬਲਿਸ਼ ਕਰਾਂਗੇ। ਉਹਦੇ 'ਚ ਡਿਫਰੈਂਟ ਡਿਪਾਰਟਮੈਂਟਸ ਇਨਵੋਲਵ ਹੁੰਦੇ ਆ, ਜਿੱਦਾਂ ਫਿਜ਼ੀਕਲ ਰੀਹੈਬਿਲਿਟੇਸ਼ਨ, ਸਾਈਕੈਟਰੀ, ਪੀਡੀਆਟ੍ਰਿਕਸ, ਨਿਊਰੋ ਪੀਡੀਆਟ੍ਰਿਕਸ। ਔਰ ਉਹ ਅਸੀਂ ਇੱਕ ਬੜੀ ਜਲਦੀ ਸੁਵਿਧਾ ਇਸ ਰੀਜਨ ਨੂੰ ਦੇਣੇ ਜਾ ਰਹੇ ਹਾਂ। ਔਰ ਜਿਸ ਤਰ੍ਹਾਂ ਅਸੀਂ ਵੱਧਦੇ ਜਾਵਾਂਗੇ, ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਔਰ ਅਸੀਂ ਤੁਹਾਨੂੰ ਆਪਣੇ ਉਪਲਬਧੀਆਂ ਦਾ, ਔਰ ਖਾਸ ਕਰ ਇਸ ਰੀਜਨ ਵਿੱਚ ਜਿਹੜੇ ਲੋਕ ਹੈ ਉਹਨਾਂ ਨੂੰ ਸੇਵਾ ਦਾ ਤੁਸੀਂ ਮੌਕਾ ਦੇ ਰਹੇ ਹੋ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਸਹਿਯੋਗ ਕਰੋ, ਮੈਸੇਜ ਫੈਲਾਓ ਜਿਹੜੀਆਂ ਸਰਵਿਸਿਜ਼ ਸਾਡੀਆਂ ਹੈ, ਤਾਂ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ। ਸਰ, ਪੈਂਡੈਂਸੀ ਜਿਹੜੀ ਆ ਉਹ ਕਾਫੀ ਜ਼ਿਆਦਾ ਹੈ, ਕਿਉਂਕਿ ਲੋਕ ਨਾ ਇੱਕ ਚੀਜ਼ ਦਾ ਜ਼ਰੂਰ ਜਿਹੜਾ ਦਿਲਾਂ 'ਚ ਰੱਖਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਗਾ ਜੀ। ਜੇ ਕਿਸੇ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਕਹਿੰਦੇ ਨੇ ਵੇਟ ਕਰੋ,
ਦੇਖੋ ਅੱਜ ਅਸੀਂ ਜਦੋਂ ਮੈਂ ਹੁਣ ਹੋਰ ਇੱਕ ਉਪਲਬਧੀ ਦੱਸਦਾ ਕਿ 750 ਬੈੱਡ ਸੀਗੇ ਜਦੋਂ ਅਸੀਂ ਸਟਾਰਟ ਕੀਤਾ। ਸਾਡੇ ਡਾਇਰੈਕਟਰ ਸਾਹਿਬ ਦੇ ਪ੍ਰਚਾਰ ਨਾਲ ਅਸੀਂ ਅੱਜ 950 ਬੈੱਡ ਹੋ ਗਏ। ਹੁਣ ਅੱਜ ਸਾਨੂੰ ਸਿਰਫ 6 ਸਾਲ ਹੀ ਹੋਏ ਆ ਚੱਲਦੇ ਹੋਏ, ਔਰ ਜੇ ਮੈਂ ਕਹਾਂ ਕਿ 150 ਕਿਲੋਮੀਟਰ ਦੇ ਆਲੇ ਦੁਆਲੇ ਅਸੀਂ ਸਰਵ ਕਰ ਰਹੇ ਹਾਂ, ਤਾਂ ਹਰ ਇੱਕ ਹਸਪੀਟਲ ਨੂੰ, ਹਰ ਇੱਕ ਨੂੰ ਇੱਕ 5 ਸਾਲ ਦਾ ਪੀਰੀਅਡ, ਇੱਕ ਬਹੁਤ ਟਾਈਮ ਪੀਰੀਅਡ ਘੱਟ ਹੈਗਾ। ਔਰ ਮੇ ਵੀ ਅਸੀਂ ਭਾਰਤ ਸਰਕਾਰ ਨੂੰ ਵੀ ਮੰਗ ਕਰ ਰਹੇ ਹਾਂ ਕਿ ਸਾਨੂੰ ਹੋਰ ਬੈੱਡ ਦਿੱਤੇ ਜਾਣ, ਸੁਪਰ ਸਪੈਸ਼ਲਿਟੀ ਸੈਂਟਰ ਖੋਲ੍ਹੇ ਜਾਣ, ਤਾਂ ਕਿ ਅਸੀਂ ਜਿਹੜੀ ਪੈਂਡੈਂਸੀ ਹੈ, ਕਿਉਂਕਿ ਇੱਕ ਤਾਂ ਅਸੀਂ ਅੱਛਾ ਇਲਾਜ ਕਰ ਰਹੇ ਹਾਂ, ਜੇ ਕੋਈ ਸਾਡਾ ਹਸਪਤਾਲ ਚੱਲ ਰਿਹਾ ਤੇ ਅੱਛਾ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ ਅੱਛੀ ਤਰ੍ਹਾਂ, ਤਾਂ ਹੀ ਪੈਂਡੈਂਸੀ ਵੱਧ ਰਹੀ ਹੈ। ਜੇ ਅਸੀਂ ਨਹੀਂ ਉਹਨਾਂ ਤੱਕ ਪਹੁੰਚ ਸਕਦੇ ਤਾਂ ਪੈਂਡੈਂਸੀ ਨਹੀਂ ਕੋਈ ਹੋਗੀ। ਤੋ ਆਉਣ ਵਾਲੇ ਸਮੇਂ 'ਚ ਸਰ ਦੇ ਨੇਤਰਤਵ 'ਚ ਅਸੀਂ ਉਹ ਵੀ ਪ੍ਰੋਬਲਮ ਦੂਰ ਕਰਾਂਗੇ। ਫੋਰਨ ਵਾਲੇ ਕੇਸ ਜਿਹੜੇ ਤੁਸੀਂ ਸਿਆਗਾ ਵਾਲੇ ਜੀ ਇੱਥੇ ਮਤਲਬ ਹੁਣ ਤੱਕ ਕੋਈ ਪੇਸ਼ੈਂਟ ਬਚਿਆ ਨਹੀਂ, ਚਾਹੇ 50% ਹੈ ਚਾਹੇ 40% ਹੈ, ਸਰ ਜਲਿਆ ਹੋਇਆ ਕਿੰਨੇ ਪਰਸੈਂਟ ਵਾਲਾ ਬੱਚਾ ਮਤਲਬ ਬੰਦਾ ਬਚ ਸਕਦਾ? ਦੇਖੋ ਉਹਦੇ 'ਚ ਬੜਾ ਇਨਫੈਕਸ਼ਨ ਕਰਕੇ ਤੇ ਹਸਪੀਟਲ ਦੇ ਕੋਈ ਸਿਵਲ 'ਚ ਜ਼ਿਆਦਾਤਰ ਆਉਂਦੇ, ਪਰ ਕੋਈ ਵੀ ਪੇਸ਼ੈਂਟ ਨਹੀਂ ਬਚਿਆ ਜਿਹੜਾ। ਹਜੇ ਤੱਕ ਅਸੀਂ ਬਹੁਤ ਵਧੀਆ ਗੱਲ ਹੈ ਜਿਹੜੀ ਤੁਸੀਂ ਦੱਸੀ ਹੈ ਜੀ ਇੱਥੇ 30% ਬਰਨਸ ਤੱਕ ਅਸੀਂ ਲੈ ਰਹੇ ਹਾਂ, ਕਿ ਉਹਦੇ ਲਈ ਬੜਾ ਸੈਪਰੇਟ ਆਈਸੀਯੂ ਔਰ ਇੱਕ ਬਹੁਤ ਸੋਫिस्टिकेटेड ट्रीटमेंट चाहिए, इसीलिए आईसीयू बना रहे हैं। हमें ये कभी नहीं कहना चाहिए कि बर्न से कोई बचता नहीं है। अगर हम सही समय पर सही सुविधाएं प्रदान करें तो 50% 60% वाले भी बच सकते हैं। तो बस वही बात है कि हमारे पास हम वो सुविधा बनाने जा रहे हैं जिससे कि बर्न के रोगियों को भी हम बचा सकें। सिविल हॉस्पिटल में पेशेंट आते हैं सर, बचते ही नहीं सर, इन्फेक्शन या फिर हम ट्रीटमेंट। देखिए सर, बर्न के पेशेंट में एक बहुत ज़रूरी जो चीज़ है कि हम उनके इन्फेक्शन को रोकें। उसके लिए हमारे प्लास्टिक सर्जरी डिपार्टमेंट में डॉक्टर अल्ताफ हेड ऑफ डिपार्टमेंट है, वो उस तरह की सुविधाएं बनाने जा रहे हैं। भारत सरकार के निर्देश के हिसाब से हम पहले 8 से 10 बेड की आईसीयू बनाएंगे और उसमें हम वो सारी सुविधाएं करेंगे जिससे कि हम रोगियों को बचा सकें। देखिए, हम जो भी काम करते हैं वो हमारे पास स्वास्थ्य मंत्रालय भारत सरकार से निर्देश मिलता है। अभी एक 6 साल के अस्पताल में 300 बीटिंग हार्ट सर्जरी पूरे हो गए और ये सारी 300 की 300 जो है डॉक्टर राजीव कुमार, जो कि एमएससी नहीं है, हमारे हेड ऑफ डिपार्टमेंट भी हैं कार्डियक सर्जरी के, तो 300 हार्ट सर्जरी, बीटिंग हार्ट सर्जरी पूरे हो गए। तो अब वैसे है, हमारे पास पिछले 1 साल में लगभग 7,50,000 ओपीडी किया हमने, 35,000 हमने आईपीडी किया। तो 3 राज्यों को हम देखते हैं, अपना मालवा रीजन तो हो ही गया, राजस्थान भी है, हरियाणा भी है, और हमारे पास जो केस आते हैं लगभग सब रेफरल से, डिस्ट्रिक्ट हॉस्पिटल चारों तरफ से केस आते हैं। तो हम कोशिश करते हैं और हम जितनी कोशिश करते हैं, जितना बेहतर करेंगे उतनी ज़्यादा लोग आएंगे। तो भारत सरकार की कोशिश है कि पेट स्कैन, यूरिन एक्सीलरेटर, एक एमआरआई है, एक सीटी स्कैन है, सरकार फिर एक और एमआरआई लगा रही है, एक और सीटी स्कैन लगा रही है। तो भारत सरकार के स्वास्थ्य मंत्रालय के निर्देश है कि जो एम्स की जो के बारे में कहा जाता है कि एम्स से अच्छा कोई नहीं, हम आईएनआई हैं, हम उस पर खरे उतरने की पूरी कोशिश कर रहे हैं। फिर भी थोड़ी बहुत कमियां रह जाती हैं, उसे फिर हम सुधारने की कोशिश करते हैं। आज हमारी इमरजेंसी में इस तरह से इमरजेंसी बनाया गया है कि एक हमने लेफ्ट साइड में कमरा रखा है, जिसे हम बोलते हैं रिसस्टेशन बे। अगर कोई आदमी ऐसा आ गया है तो सांस उसको रुकने वाला है, नब्ज नहीं चल रही है, उनके लिए अलग से है। दाहिने तरफ में हार्ट कमांड सेंटर है, चेस्ट पेन और हार्ट कमांड सेंटर में आइए। मेन इमरजेंसी हॉल के अलावा इमरजेंसी मेडिकल हॉल, इमरजेंसी ट्रॉमा हॉल, इमरजेंसी ऑर्थोपेडिक हॉल और उससे बड़ी एक न्यूरो क्रिटिकल इमरजेंसी। तो हमने अभी इमरजेंसी को 5 जगह बांट दिया है, इसलिए कि हमारे पास हर जगह से लोग आते हैं। तो हमारी इमरजेंसी में अब सारी सुविधाएं, इमरजेंसी मेडिसिन, इमरजेंसी पीडियाट्रिक, ट्रॉमा, ऑर्थोपेडिक, न्यूरो सर्जरी, तो उसमें कर लिया है। तो हम ये सारी सुविधाओं को बहुत अच्छे से चला रहे हैं और आने वाले समय में हम और सुधार करने की कोशिश करेंगे। उसी में एक आ रहा है बर्न। तो बर्न के लिए हम अभी कोशिश कर रहे हैं कि एक बर्न आईसीयू बना लें। तो बहुत छोटा सा होगा, 4 बेड का ही होगा, फिर एक वार्ड बनाएंगे, वो भी 4 बेड का होगा। तो 8 बेड से शुरुआत करेंगे। हम कोशिश करेंगे कि हम, आपने जो बोला है ना कि बचते नहीं है, नहीं बचते हैं, बचते हैं, हम बचाने की कोशिश करेंगे। अस्पताल में मृत्यु होगी ही,
सबसे बड़ी जो बात है, जीवन में सीखा है, हमने कोशिश किया कि नहीं कोशिश किया। हम कोशिश करेंगे तो बचेंगे, फिर भी थोड़ी बहुत तो डेथ होगी ही। सर किस बीमारी के ज़्यादा लोग आते हैं यहाँ? देखिए, हमारे पास जो आने वाले रोगी हैं, वो कैंसर के रोगी भी आते हैं, हार्ट के भी आते हैं, सीवियर निमोनिया आते हैं, तो ऐसे-ऐसे सर्जिकल केस आते हैं। तो फिर वही है ना कि आप सभी को मालूम है कि एम्स एक टर्शियरी केयर हॉस्पिटल है। तो हमारे पास जो भी केस आते हैं, वो डिफ़िकल्ट केस आते हैं और 100 में से 80 केस रेफर्ड केस आते हैं। तो रेफर्ड केस आते हैं, उसमें से हो सकता है सर्जिकल केस हो, कैंसर का पेशेंट हो, हार्ट अटैक हो, बहुत तरह के केस आते हैं। और हम क्योंकि हम कहते हैं हम एम्स हैं, तो एम्स के हिसाब से हम कोशिश करते हैं। अभी 750 बेड से 923-26 बेड हो गए हैं, फिर भी बेड नहीं मिलता है। तो ये जो है, जो देर होती है ना, इसलिए देर होती है कि लंबी कतार होती है और हम उसमें भी रोज़ कोशिश करते हैं कि हम उसको और क्या इम्प्रूव कर सकते हैं। सर से देखा जाए ऑपरेशन की, किसी भी तरह का ऑपरेशन होता है हुँ। तो ऑपरेशन की डेट दे दी जाती है, तो हुँ। इतना अगला वेट नहीं कर पाता, इसलिए उसको बाहर से करवाना पड़ता है। ऐसी क्यों दिक्कत आ रही है? नहीं सर, ऑपरेशन के लिए अगर इमरजेंसी है तो उसी रात में हो जाएगी, अगर परफोरेशन है तो उसी रात में हो जाएगी, अगर ट्रॉमा है, फ्रैक्चर है तो उसी रात में हो जाएगा। 24 घंटे के अंदर उसको कर दिया जाता है। रूटीन केस जो होते हैं, रूटीन केस से गॉल ब्लैडर में स्टोन है, रूटीन केस जो वेट कर सकते हैं, तो आपके पास लिमिटेड नंबर ऑफ ओटीज़ हैं, लिमिटेड नंबर है, तो उसमें तो डेट आएगी ही, लेकिन वो डेट जो है इमरजेंसी में नहीं होता है। आप ऐसे सोचिए कि रोज एक प्राइमरी एंजियोप्लास्टी हम कर रहे हैं, यानी कि चेस्ट पेन लेके आए, डायग्नोसिस बनी, ऊपर ले गए, एंजियोप्लास्टी कर दिए। लेकिन अगर वो ऐसा केस है जो पहले कुछ हुआ था, तो उसको हम डेट देंगे, तो डेट देंगे तो उसमें कुछ भी डेट आएगा ही। आप उसी दिन नहीं कर सकते हैं, उसी दिन का वही केस होगा जो ट्रॉमा का है, जो इमरजेंसी का है, तो बहुत ज़रूरी है। इसलिए 2 सेट ऑफ ओटी चलते हैं, नीचे चलती है एक ओटी, ऊपर चलती है, रात भर ओटी चलती है और ऐसे किसी भी रोगी को जिसको जान का खतरा है, रात को 2 बजे भी पूरी पूरी टीम रहती है, ऑपरेशन करती है। तो